ਬਹੁਤ ਵੱਡੀ ਦੇਣ ਬਾਬਾ ਬੁੱਢਾ ਸਾਹਿਬ ਜੀ ਦੀ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਕਿੱਡਾ ਮਾਣ ਦਿੱਤਾ ਬਾਬਾ ਜੀ ਨੂੰ। ਘਰ ਦੇ ਵਿੱਚ ਸੰਤਾਨ ਨਹੀਂ ਹੈ, ਮਾਤਾ ਗੰਗਾ ਜੀ ਰੋਜ਼ਾਨਾ ਅਰਦਾਸਾਂ ਕਰਦੇ ਨੇ, ਦੀਨ ਦੁਨੀਆ ਦੇ ਮਾਲਕ ਪਤੀ ਦੇਵ ਸਤਿਗੁਰੂ ਦੁਨੀਆ ਦੇ ਲੋਕ ਪੁੱਤਰਾਂ ਦੀਆਂ ਦਾਤਾਂ ਲੈ ਕੇ ਜਾਂਦੇ। ਗੁਰੂ ਨਾਨਕ ਦੇ ਦਰ ਵਿੱਚੋਂ ਕਿਰਪਾ ਕਰੋ ਘਰ ਵਿੱਚ ਵੀ ਕੋਈ ਪੁੱਤਰ ਦੀ ਦਾਤ ਮਿਲ ਜਾਵੇ। ਸਤਿਗੁਰੂ ਕੀ ਨਹੀਂ ਕਰ ਸਕਦੇ, ਇੱਕ ਮਾਣ ਦੇਣਾ ਆਪਣੇ ਪਿਆਰੇ ਨੂੰ। ਬ੍ਰਹਮ ਗਿਆਨੀ ਦੀ ਜਿਹੜੀ ਸੋਭਾ ਵਡਿਆਈ ਦੁਨੀਆ ਵਿੱਚ ਪ੍ਰਗਟ ਕਰਨੀ, ਕਹਿ ਦਿੱਤਾ ਸਤਿਗੁਰੂ ਪਾਤਸ਼ਾਹ ਨੇ, ਗੰਗਾ ਜੀ ਜਾਓ ਬੀੜ ਦੀ ਧਰਤੀ ਤੇ ਉੱਥੇ ਬਾਬਾ ਬੁੱਢਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖੀ ਕਮਾਉਣ ਵਾਲਾ ਗੁਰਸਿੱਖ ਬੈਠਾ, ਉਹ ਜੇ ਬਚਨ ਕਰ ਦੇਵੇਗਾ ਤੇ ਪੁੱਤਰ ਪੈਦਾ ਹੋ ਸਕਦਾ ਹੈ। ਕਿਵੇਂ ਜਾਈਏ? ਸਤਿਗੁਰੂ ਪਾਤਸ਼ਾਹ ਕਹਿੰਦੇ ਸੇਵਾ ਕਰੋ ਜਾ ਕੇ ਮਹਾਂਪੁਰਖ ਦੀ। ਘਰ ਦੇ ਵਿੱਚੋਂ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ, ਦਾਸੀਆਂ ਗੋਲੀਆਂ ਨੂੰ ਨਾਲ ਲੈ ਕੇ ਰਥਾਂ ਵਿੱਚ ਸਵਾਰ ਹੋ ਕੇ ਮਾਤਾ ਜੀ ਬੀੜ ਬਾਬਾ ਬੁੱਢਾ ਸਾਹਿਬ ਸਥਾਨ ਤੇ ਗਏ ਨੇ। ਸ਼ਾਹੀ ਠਾਠ ਬਾਠ ਦੇ ਨਾਲ ਜਦੋਂ ਰਥਾਂ ਦੀਆਂ ਪਈਆਂ ਦੀਆਂ ਚੀਕਾਂ ਵੱਜੀਆਂ, ਕੰਨਾਂ ਵਿੱਚ ਆਵਾਜ਼ ਪਈ ਬਾਬਾ ਜੀ ਦੇ, ਤੇ ਪੁੱਛਿਆ ਨਾਲ ਦੇ ਸੇਵਕਾਂ ਨੂੰ ਇਹ ਚੀਕਾਂ ਕਿਸ ਦੀਆਂ ਸੁਣਾਈ ਦਿੰਦੀਆਂ, ਤਾਂ ਸੇਵਕ ਕਹਿੰਦੇ ਜੀ ਇਹ ਗੁਰੂ ਕੇ ਮਹਿਲ ਆ ਰਹੇ ਨੇ ਰਥਾਂ ਵਿੱਚ। ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਖ ਸੁਆਮੀ, ਤੇ ਕੋਈ ਪਰਵਾਹ ਨਹੀਂ ਹੋਇਆ ਕਰਦੀ ਬ੍ਰਹਮ ਗਿਆਨੀ ਦੀ ਰਸਨਾ ਤੋਂ ਬਚਨ ਹੋਏ। ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜੜਾਂ ਪੈ ਗਈਆਂ। ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਵੀ ਆਹ ਬਚਨ ਰਸਨਾ ਤੋਂ ਨਿਕਲ ਚੁੱਕਿਆ ਬ੍ਰਹਮ ਗਿਆਨੀ ਦਾ, ਤੇ ਹੁਣ ਉਹ ਪਛਤਾਪ ਕਰਦੇ ਨੇ। ਸਤਿਗੁਰੂ ਪਾਤਸ਼ਾਹ ਦੇ ਕੋਲ ਆਏ ਨਿਰਾਸ਼ ਹੋ ਕਰਕੇ। ਗੁਰੂ ਅਰਜਨ ਸਾਹਿਬ ਜੀ ਪੁੱਛਦੇ, ਗੰਗਾ ਜੀ ਵਰ ਲੈਣ ਗਏ ਸੀ, ਚਿਹਰਾ ਮੁਰਝਾਇਆ ਪਿਆ, ਕੀ ਹੋਇਆ? ਮਾਤਾ ਜੀ ਕਹਿੰਦੇ ਵਰ ਲੈਣ ਗਏ ਸੀ ਤੇ ਬਚਨ ਤਾਂ ਆਹ ਕਰ ਦਿੱਤੇ ਬਾਬਾ ਜੀ ਨੇ। ਸਤਿਗੁਰੂ ਕਹਿੰਦੇ ਗੰਗਾ ਜੀ ਕਿਵੇਂ ਗਏ ਸੀ? ਕਹਿੰਦੇ ਰਥਾਂ ਵਿੱਚ ਬੈਠ ਕੇ ਦਾਸੀਆਂ ਗੋਲੀਆਂ ਦੇ ਸਿਰਾਂ ਤੇ ਜਿਹੜੇ ਪਦਾਰਥ ਚੁਕਾ ਕੇ ਗਏ ਸੀ। ਸਤਿਗੁਰੂ ਕਹਿੰਦੇ ਪੂਰਨ ਪੁਰਖਨ ਕੇ ਢਿਗ ਜਾਨੋ, ਦੰਭ ਨਾ ਕੀਨੋ ਕਛੂ ਵਿਚਾਰ। ਜਦੋਂ ਕਿਸੇ ਪੂਰਨ ਮਹਾਂਪੁਰਖ ਤਤ ਵੇਤੇ ਬ੍ਰਹਮ ਗਿਆਨੀ ਦੇ ਕੋਲ ਜਾਣਾ, ਉਥੇ ਪਖੰਡ ਨਾ ਕਰੀਏ। ਕੁਝ ਵਿਚਾਰ ਕੇ, ਸਮਝ ਕਰਕੇ, ਸੋਚ ਕਰਕੇ ਮੈਂ ਰੱਬ ਦੇ ਪਿਆਰੇ ਕੋਲ ਚੱਲਿਆ, ਉਹਦੀ ਬਖਸ਼ਿਸ਼ ਕਿਵੇਂ ਮਿਲੇ? ਨਿਮਰਤਾ ਨਾਲ ਜਾਣਾ ਚਾਹੀਦਾ। ਫਿਰ ਉਹ ਸਾਰੀ ਵਿਧੀ ਸਤਿਗੁਰਾਂ ਨੇ ਦੱਸੀ। ਅੰਮ੍ਰਿਤ ਵੇਲੇ ਉੱਠਣਾ, ਕੇਸੀ ਇਸ਼ਨਾਨ ਕਰਨਾ, ਲੱਸੀ ਦਹੀਂ ਹੱਥਾਂ ਨਾਲ ਮਧਾਣੀ ਪਾ ਕੇ ਰਿੜਕਣਾ, ਮੱਖਣ ਕੱਢ ਕੇ ਕੁੱਜੇ ਵਿੱਚ ਪਾ ਲਿਓ, ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਸੀਸ ਤੇ ਰੱਖਣੇ ਨੇ, ਗੰਢਾ ਲੈ ਕੇ ਜਾਇਓ। ਬਾਬਾ ਜੀ ਬੜੇ ਪ੍ਰਸੰਨ ਹੁੰਦੇ ਪਿਆਜ਼ ਛਕ ਕਰਕੇ। ਇਹ ਸਾਰੀ ਸਤਿਗੁਰੂ ਪਾਤਸ਼ਾਹ ਨੇ ਜਦੋਂ ਮਰਜ਼ਾਦਾ ਦੱਸ ਦਿੱਤੀ। ਨੰਗੇ ਚਰਨੀ ਜਾਣਾ ਇਹ ਸਤਿਕਾਰ ਹੈ ਮਹਾਂਪੁਰਖ ਦਾ। ਮਾਤਾ ਜੀ ਨੇ ਉਸੇ ਤਰ੍ਹਾਂ ਸਾਰਾ ਕੁਝ ਤਿਆਰ ਕੀਤਾ, ਹੱਥੀਂ ਪ੍ਰਸ਼ਾਦੇ ਤਿਆਰ ਕੀਤੇ, ਨੰਗੇ ਚਰਨੀ ਤੁਰੇ ਨੇ ਆਪਣੇ ਸੀਸ ਦੇ ਉੱਤੇ ਪਦਾਰਥ ਰੱਖ ਕਰਕੇ। ਜਦੋਂ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਨੇੜੇ ਗਏ, ਉੱਠ ਕੇ ਬਾਬਾ ਜੀ ਖੜੇ ਹੋ ਗਏ। ਕਹਿਣ ਲੱਗੇ ਮਾਤਾ ਛੇਤੀ ਭੋਜਨ ਲਿਆਓ, ਭੁੱਖ ਬੜੀ ਲੱਗੀ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਪਰਮਾਤਮਾ ਵੀ ਪ੍ਰੇਮ ਦਾ ਭੁੱਖਾ ਤੇ ਵਾਹਿਗੁਰੂ ਦੇ ਪਿਆਰਿਆਂ ਨੂੰ ਵੀ ਪ੍ਰੇਮ ਦੀ ਭੁੱਖ ਹੈ। ਆਵਾਜ਼ ਮਾਰ ਕੇ ਜਦੋਂ ਮਾਤਾ ਜੀ ਤੋਂ ਪ੍ਰਸ਼ਾਦਾ ਛਕਣ ਲੱਗੇ ਨੇ, ਤਾਂ ਗੰਢਾ ਕੱਢ ਕੇ ਮਾਤਾ ਜੀ ਨੇ ਜਦੋਂ ਹੱਥ ਦੇ ਉੱਤੇ ਬਾਬਾ ਜੀ ਦੇ ਕਰ ਕਮਲਾਂ ਤੇ ਰੱਖਿਆ, ਇੱਕ ਹੱਥ ਨਾਲ ਮੁੱਠੀ ਮਾਰ ਕੇ ਗੰਢਾ ਤੋੜਦੇ ਨੇ, ਦੂਰ ਤੱਕ ਖਿਲਰ ਗਿਆ। ਮਾਤਾ ਜੀ ਨੇ ਇਹ ਨਹੀਂ ਕਿਹਾ ਮੈਨੂੰ ਪੁੱਤਰ ਦੀ ਜਾਚਨਾ, ਪੁੱਤਰ ਦੀ ਲੋੜ ਹੈ। ਬ੍ਰਹਮ ਗਿਆਨੀ ਦੀ ਰਸਨਾ ਤੋਂ ਬਚਨ ਹੋਇਆ, ਮਾਤਾ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਐਸਾ ਲਾਲ ਪ੍ਰਗਟ ਹੋਵੇਗਾ ਜਿਵੇਂ ਗੰਢਾ ਟੁੱਟਿਆ ਤੇ ਬੈਰੀਆਂ ਦੇ ਸਿਰ ਗੰਢਿਆਂ ਵਾਂਗ ਭੰਨਿਆ ਕਰੇਗਾ। ਇਹ ਪਹਿਲਾ ਵਰਸ ਸੀ ਬਾਬਾ ਬੁੱਢਾ ਸਾਹਿਬ ਜੀ ਦਾ। ਇੰਨੇ ਸਮੇਂ ਨੂੰ ਕੀ ਹੋਇਆ? ਕਿਉਂਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਜਿੱਧਰ ਵੀ ਨਜ਼ਰ ਜਾਂਦੀ ਉਹਨੂੰ ਪਰਮਾਤਮਾ ਹੀ ਦਿਸਦਾ ਹੈ। ਆਕਾਸ਼ ਦੇ ਅੰਦਰ ਬੱਦਲ ਗਰਜਿਆ ਹੈ, ਉਹਦੀਆਂ ਬਹੁਤ ਦੂਰ ਤੱਕ ਆਵਾਜ਼ਾਂ ਸੁਣਾਈ ਦਿੱਤੀਆਂ, ਕਾਲੀਆਂ ਘਟਾਂ ਚੜ੍ਹ ਕੇ ਆ ਗਈਆਂ। ਜਦੋਂ ਬੱਦਲਾਂ ਦੇ ਗਰਜਣ ਦੀ ਆਵਾਜ਼ ਬਾਬਾ ਜੀ ਦੇ ਕੰਨਾਂ ਵਿੱਚ ਪਈ,
ਕਹਿੰਦੇ ਮਾਤਾ ਜਿਵੇਂ ਬੱਦਲ ਗੱਜਦਾ ਇਉਂ ਤੇਰੇ ਲਾਲ ਦੇ ਨਗਾਰੇ ਮੈਦਾਨੇ ਜੰਗ ਵਿੱਚ ਗੱਜਿਆ ਕਰਨਗੇ। ਦੂਜਾ ਵਰ ਦੇ ਦਿੱਤਾ। ਤੀਸਰੇ ਉਸੇ ਵੇਲੇ ਆਕਾਸ਼ ਦੇ ਅੰਦਰ ਜਦੋਂ ਬੱਦਲ ਖੜਕਦੇ ਨੇ ਅਸਮਾਨੀ ਬਿਜਲੀ ਚਮਕਦੀ ਹੈ, ਚਾਨਣ ਹੋਇਆ ਧਰਤੀ ਤੇ, ਉਸ ਪਾਸੇ ਦ੍ਰਿਸ਼ਟੀ ਗਈ ਬਾਬਾ ਜੀ ਦੀ। ਤੀਜਾ ਵਰ ਦੇ ਦਿੱਤਾ ਮਾਤਾ ਜੀ ਤੇਰੇ ਲਾਲ ਦੀਆਂ ਤਲਵਾਰਾਂ ਮੈਦਾਨੇ ਜੰਗ ਵਿੱਚ ਬਿਜਲੀ ਵਾਂਗ ਚਮਕਿਆ ਕਰਨਗੀਆਂ। ਇੰਨੇ ਸਮੇਂ ਨੂੰ ਹੌਲੀ ਹੌਲੀ ਮਿੱਠੀ ਮਿੱਠੀ ਕਣੀ ਦਾ ਮੀਂਹ ਪੈਣ ਲੱਗ ਪਿਆ। ਜਿੰਨੀਆਂ ਕਣੀਆਂ ਧਰਤੀ ਤੇ ਡਿੱਗਦੀਆਂ ਨੇ ਮਿੱਟੀ ਵਿੱਚ ਹੀ ਸਮੋ ਜਾਂਦੀਆਂ। ਉਧਰ ਦ੍ਰਿਸ਼ਟੀ ਗਈ ਤੇ ਬਚਨ ਕਰ ਦਿੱਤਾ ਜਿਵੇਂ ਅਸਮਾਨ ਵਿੱਚੋਂ ਕਣੀਆਂ ਡਿੱਗਦੀਆਂ ਧਰਤੀ ਵਿੱਚ ਸਮਾ ਜਾਂਦੀਆਂ, ਇਸੇ ਤਰ੍ਹਾਂ ਤੁਹਾਡੇ ਲਾਲ ਕਦੇ ਕਦੇ ਨਾਮ ਦੀ ਵਰਖਾ ਕਰਿਆ ਕਰਨਗੇ। ਜਿਹੜੇ ਗੁਰਮੁਖ ਇਹਨਾਂ ਦੇ ਬਚਨ ਸੁਣਿਆ ਕਰਨਗੇ ਉਹਨਾਂ ਦੇ ਹਿਰਦਿਆਂ ਵਿੱਚ ਬਾਣੀ ਇਉਂ ਸਮਾਇਆ ਕਰੇਗੀ ਜਿਵੇਂ ਕਣੀਆਂ ਮਿੱਟੀ ਦੇ ਵਿੱਚ ਆ ਕੇ ਧਰਤੀ 'ਚ ਸਮਾਉਂਦੀਆਂ ਨੇ। ਇਹ ਚਾਰ ਜਿਹੜੇ ਵਰਸੀ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਮਾਤਾ ਗੰਗਾ ਜੀ ਨੂੰ ਪ੍ਰਾਪਤ ਹੋਏ। ਉਸ ਮਹਾਂਪੁਰਖ ਦੇ ਫਿਰ ਵਰ ਦੇ ਨਾਲ 1 ਸਾਲ ਤੋਂ ਬਾਅਦ ਗੁਰੂ ਕੀ ਬਡਾਲੀ ਵਿਖੇ ਤੇ 6ਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਗੁਰੂ ਦਾ ਪ੍ਰਕਾਸ਼ ਹੋਇਆ। 3 ਸਾਲ ਦਾ ਜਿਹੜਾ ਸਮਾਂ ਗੁਰੂ ਕੀ ਬਡਾਲੀ ਸਤਿਗੁਰੂ ਪਾਤਸ਼ਾਹ ਰਹੇ, ਉਹ ਵੀ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਸਖਿਆਤ ਕਰਨ ਵਾਸਤੇ ਕਿਹਾ ਸੀ। ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜਣਾ ਪੈ ਗਈਆਂ। ਕਿਸੇ ਦਾ ਡਰ ਨਹੀਂ, ਗੁਰੂ ਨੂੰ ਖੌਫ ਭੈ ਨਹੀਂ ਹੈ। ਉਸ ਮਹਾਂਪੁਰਖ ਦੇ ਬਚਨਾਂ ਨੂੰ ਪ੍ਰਗਟ ਕਰਨ ਦੇ ਲਈ ਅੰਮ੍ਰਿਤਸਰ ਤੋਂ ਗੁਰੂ ਕੀ ਬਡਾਲੀ ਗਏ। ਉੱਥੇ 6ਵੇਂ ਪਿਤਾ ਸਤਿਗੁਰੂ ਦਾ ਅਵਤਾਰ ਹੁੰਦਾ ਹੈ। ਫਿਰ ਉਸ